आप लिखते ने जो यकी के राह पे चल पड़े उन्हें मंजिलों ने पनाह दी। जो यकी के राह पे चल पड़े उन्हें मंजिलों ने पनाह दी। जिन्हें वसवसों ने डरा दिया वो कदम कदम पे बहक गए। ਅਸੀਂ स्पीकर साहब यकीन दे राह ते ਚੱਲੇ ਸੀ और ਸਾਡੇ ਬਜ਼ੁਰਗਾਂ ਦੇ ਕੌਲ ਹੈ कि दुनिया ਦੇ ਵਿੱਚ ਤਿੰਨ ਕਿਸਮ ਦੇ ਬੰਦੇ ਹੁੰਦੇ ਆ। ਇੱਕ ਅਮੀਰ, ਇੱਕ ਗਰੀਬ ਤੇ ਇੱਕ ਤੀਜਾ ਤਬਕਾ ਹੁੰਦਾ ਹੈ ਜੋ ਅਮੀਰਾਂ ਦੇ ਦਸਤੇ ਨਜ਼ਰ ਹੁੰਦਾ ਹੈ। ਅਸੀਂ ਅਮੀਰ ਹੈ ਜਾਂ ਗਰੀਬ ਹੈ, ਕਈ ਵਾਰੀ ਸਪੀਕਰ ਸਾਹਿਬ ਇਹ ਹਾਲਾਤ ਤੇ ਮੁਯੱਸਰ ਹੁੰਦਾ ਹੈ, ਹਾਲਾਤ ਤੇ ਡਿਪੈਂਡ ਹੁੰਦਾ ਹੈ ਕਿ ਅਸੀਂ ਗਰੀਬ ਹੈ ਕਿ ਅਮੀਰ ਹੈ। ਪਰ ਜਿਹੜਾ ਤੀਜੇ ਜੁਮਰੇ ਚ ਆਉਣਾ ਕਿ ਅਸੀਂ ਅਮੀਰਾਂ ਦੇ ਦਸਤੇ ਨਜ਼ਰ ਹੋਵਾਂਗੇ, ਇੱਕ ਸ਼ਖਸੀ ਪਸੰਦ ਹੁੰਦੀ ਹੈ, ਇਹ ਪਰਸਨਲ ਚੋਇਸ ਹੁੰਦੀ ਹੈ। ਔਰ ਕਾਂਗਰਸ ਪਾਰਟੀ ਨੇ ਤਹੀਆ ਕੀਤਾ ਹੈ ਕਿ ਪੰਜਾਬ ਤੇ ਪੰਜਾਬੀ ਹਰਗਿਜ਼ ਕਿਸੇ ਵੀ ਸ਼ਕਲ ਦੇ ਵਿੱਚ ਇਸ ਤੀਜੇ ਜੁਮਰੇ 'ਚ ਕਦੇ ਨਹੀਂ ਆਉਣਗੇ। ਸਪੀਕਰ ਸਾਹਿਬ, ਮੈਂ ਅੱਜ ਕਾਂਗਰਸ ਪਾਰਟੀ ਦਾ ਜੋ ਅਜ਼ਮ ਹੈ ਇਹਨੂੰ ਵਾਜ਼ੇ ਤੌਰ ਤੇ ਇੱਕ ਵਾਰੀ ਫੇਰ ਇਸ ਹਾਊਸ ਦੇ ਵਿੱਚ ਦੁਹਰਾਉਣਾ ਚਾਹੁੰਦਾ ਔਰ ਇਹ ਸਾਫ਼-ਸਾਫ਼ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਦਾ ਤਹੀਆ ਹੈ ਕਿ ਪੰਜਾਬ ਦੀ ਜੋ ਗਵਾਚੀ ਹੋਈ ਅਜ਼ਮਤ ਹੈ ਉਹ ਅਜ਼ਮਤ ਨੂੰ ਬਹਾਲ ਕਰਨਾ ਹੈ ਔਰ ਇਹਦੇ ਲਈ ਅਸੀਂ ਜਦੋਜਹਿਦ ਵੀ ਕਰਾਂਗੇ ਤੇ ਠੋਸ ਕੋਸ਼ਿਸ਼ਾਂ ਵੀ ਕਰਾਂਗੇ। ਇਸ ਪਵਿੱਤਰ ਮਿੱਟੀ ਜਿਹੜੀ ਪੰਜਾਬ ਦੀ ਸਰਜ਼ਮੀਨ ਹੈ ਇਹ ਇਸ ਤੋਂ ਬਿਹਤਰ ਦੀ ਹੱਕਦਾਰ ਹੈ ਔਰ ਜਿਹੜੇ ਸਾਡੇ ਬਜ਼ੁਰਗ ਤੇ ਸਾਡੇ ਵੱਡ ਵਡੇਰੇ ਹੋਏ ਹੈ ਉਹ ਇਦੋਂ ਵੀ ਬਿਹਤਰ ਦੇ ਹੱਕਦਾਰ ਹੈ। ਔਰ ਸਪੀਕਰ ਸਾਹਿਬ, ਮੈਂ ਇਸ ਹਾਊਸ ਦੇ ਵਿੱਚ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਵਕਾਰ ਜਿਹੜਾ ਹੈ ਉਹਨੂੰ ਬਹਾਲ ਕਰਨਾ ਹੈ ਕਾਂਗਰਸ ਪਾਰਟੀ ਨੇ ਔਰ ਇਸ ਰਸਤੇ ਦੇ ਵਿੱਚ ਜੋ ਵੀ ਕੁਰਬਾਨੀ ਦੇਣੀ ਪਈ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਹੈ। ਅਸੀਂ ਉਹ ਖਮਿਆਜ਼ਾ ਭੁਗਤਣ ਨੂੰ ਤਿਆਰ ਹੈ ਪਰ ਅਸੀਂ ਪੰਜਾਬ ਦੇ ਵਕਾਰ ਤੇ ਕਿਤੇ ਹਰਫ ਨਹੀਂ ਆਉਣ ਦੇਵਾਂਗੇ। ਔਰ ਇਸ ਮੌਕੇ ਤੇ ਸਪੀਕਰ ਸਾਹਿਬ ਮੈਨੂੰ ਇੱਕ ਲਾਰਡ ਮਕੌਲੇਜ਼ ਇੱਕ ਲੇਜ਼ ਆਫ ਐਂਸ਼ੀਐਂਟ ਰੋਮ ਤੇ ਉਹਦੇ ਵਿੱਚ ਟਾਈਬਰ ਨਦੀ ਦੀ ਲੜਾਈ ਦਾ ਇੱਕ ਮਸ਼ਹੂਰ ਮੰਜ਼ਰ ਮੈਂ ਉਹਦੀ ਨਕਲ ਕਰ ਰਿਹਾ ਤੇ ਉਹ ਲਿਖਦਾ ਹੈ, then out spake brave Horatius, the captain of the gate, to every man upon this earth death cometh soon or late, and how can a man die better than facing fearful odds for the ashes of his father and the temples of his gods। फिर गेट के कप्तान बहादुर होरेशियस ने मजमे ਨੂੰ ਖਿਤਾਬ ਕਰਦੇ ਹੋਇਆ ਕਿਹਾ ਕਿ ਰੂਏ ਜ਼ਮੀਨ ਤੇ ਜੋ ਵੀ ਇਨਸਾਨ ਆਉਂਦੇ ਹੈ ਉਸ ਨੂੰ ਦੇਰ ਸਵੇਰ ਮੌਤ ਤਾਂ ਆਉਣੀ ਹੈ ਪਰ ਇਦੋਂ ਬਿਹਤਰ ਮੌਤ ਕੀ ਹੋ ਸਕਦੀ ਹੈ ਕਿ ਇਨਸਾਨ ਆਪਣੇ ਬਜ਼ੁਰਗਾਂ ਦੀ ਆਸਤੀਆਂ ਤੇ ਆਪਣੇ ਦੇਵਤਿਆਂ ਦੇ ਮੰਦਰਾਂ ਦੀ ਖਾਤਰ ਇੱਕ ਖੌਫਨਾਕ ਦੁਸ਼ਮਣ ਨਾਲ ਲੜਦੇ ਲੜਦੇ ਸ਼ਹੀਦ ਹੋ ਜਾਏ। ਜਨਾਬ ਸਪੀਕਰ ਸਾਹਿਬ, ਇਹ ਜਿਹੜਾ ਅੱਜ ਦਾ ਬਜਟ ਹੈ ਇਹ ਕੋਈ ਅੰਕੜਿਆਂ ਦਾ ਜਾਂ ਸਟੈਟਿਸਟਿਕਸ ਦਾ ਮਜਮੂਆ ਨਹੀਂ ਬਲਕਿ ਇਹ ਪੰਜਾਬ ਦੇ ਲੋਕਾਂ ਦੀਆਂ ਜੋ ਸਾਡੀਆਂ ਕਦਰਾਂ ਹੈ ਔਰ ਜਿਹੜੇ ਸਾਡੀਆਂ ਆਰਜ਼ੂਆਂ ਹੈ ਉਹਨਾਂ ਦਾ ਇੱਕ ਇਜ਼ਾਰੀਆ ਹੈ। ਔਰ ਸਪੀਕਰ ਸਾਹਿਬ, ਅੱਜ ਦਾ ਜਿਹੜਾ ਬਜਟ ਮੈਂ ਪੇਸ਼ ਕਰਨ ਜਾ ਰਿਹਾ ਇਹ तमाम ਪੰਜਾਬੀਆਂ ਦੀਆਂ ਉਸ ਆਰਜ਼ੂਆਂ ਦੀ ਅਕਾਸੀ ਕਰਦਾ ਹੈ, ਭਾਵੇਂ ਉਹ ਪੰਜਾਬ 'ਚ ਰਹਿੰਦੇ ਹੈ ਤੇ ਭਾਵੇਂ ਉਹ ਪੰਜਾਬ ਤੋਂ ਬਾਹਰ ਰਹਿੰਦੇ ਹੈ। ਸਪੀਕਰ ਸਾਹਿਬ, ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਇਨਸਾਨ ਦੀ ਜਿਹੜੀ ਯਾਦਾਸ਼ਤ ਹੈ ਉਹ ਬੜੀ ਕਮਜ਼ੋਰ ਹੁੰਦੀ ਹੈ ਔਰ ਮੈਂ ਉਹ ਯਾਦਾਸ਼ਤ ਜਿਹੜੀ ਹੈ ਉਹ ਤਾਜ਼ੀ ਕਰਾਉਣ ਜਾ ਰਿਹਾ। ਜਦੋਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਪੰਜਾਬ ਦੀ ਜ਼ਿੰਮੇਵਾਰੀ ਸੰਭਾਲੀ ਸੀ, ਪਹਿਲੀ ਵਾਰ ਹੋਇਆ ਹੈ, ਕਦੀ ਵੀ ਪਹਿਲੀ ਵਾਰ ਹੋਇਆ ਕਿ ਕਿਸੇ ਸਟੇਟ ਦੀ ਟ੍ਰੈਜਰੀ ਨੂੰ ਆਰਬੀਆਈ ਨੇ ਬੰਦ ਕਰਤਾ। ਬੈਂਕਾਂ ਨੂੰ ਹਿਦਾਇਤ ਦਿੱਤੀ ਕਿ ਤੁਸੀਂ ਪੰਜਾਬ ਦਾ ਕੋਈ ਵੀ ਪੈਸਾ ਜਿਹੜਾ ਬਿੱਲ ਹੈ ਉਹ ਕਲੀਅਰ ਨਹੀਂ ਕਰਨਾ ਔਰ ਸਪੀਕਰ ਸਾਹਿਬ 29 ਤੋਂ ਲੈ ਕੇ 31 ਤਰੀਕ ਤਾਈਂ ਪੰਜਾਬ ਦੀ ਖਜ਼ਾਨਾ ਬੰਦ ਰਿਹਾ। 7,791 ਰੁਪਏ ਜਿਹੜੀਆਂ ਉਹ ਦੇਣਦਾਰੀਆਂ ਸਾਨੂੰ ਇੱਕ ਵਿਰਾਸਤ ਦੇ ਤੌਰ 'ਚ ਮਿਲੀਆਂ ਔਰ 31,000 ਕਰੋੜ ਰੁਪਇਆ CCL ਦੀ ਜਿਹੜੀ ਗੈਪ ਫੰਡਿੰਗ ਹੈ ਉਹ ਵੀ ਕੈਪਟਨ ਸਾਹਿਬ ਤੇ ਉਹਨਾਂ ਦੀ ਸਰਕਾਰ ਨੂੰ। ਸਪੀਕਰ ਸਾਹਿਬ, ਤੁਸੀਂ ਤਸੱਵਰ ਕਰੋ, ਮਾੜਾ ਜਿਹਾ ਅੱਖ ਮੀਚ ਕੇ ਸੋਚੋ ਕਿ ਨਵੀਂ ਸਰਕਾਰ ਆਈ ਹੈ ਉਹਦੇ ਸਾਹਮਣੇ ਕੀ ਚੈਲੰਜਸ ਹੈ ਤੇ 38,000 ਕਰੋੜ ਦਾ ਬੋਝ ਪਹਿਲੇ ਦਿਨ ਜਿੱਦਣ ਸਰਕਾਰ ਸੰਭਾਲੀ ਤੇ ਉਹਦੇ ਵਿੱਚੋਂ ਸਪੀਕਰ ਸਾਹਿਬ ਮੈਂ ਅੱਜ ਇਹ ਕਹਿਣਾ ਚਾਹੁੰਦਾ ਕਿ ਇੱਕ ਮੀਆਂ ਮੁਹੰਮਦ ਬਖਸ਼ ਹੋਏ ਹੈ, ਬੜੇ ਆਲਾ ਸ਼ਾਇਰ ਹੋਏ ਨੇ ਪੰਜਾਬੀ ਦੇ ਤੇ ਮੀਆਂ ਸਾਹਿਬ ਫਰਮਾਉਂਦਾ ਹੈ ਕਿ ਜੇ ਮੈਂ ਵੇਖਾਂ ਆਪਣੇ ਅਮਲਾਂ ਵੱਲੇ ਤਾਂ ਕੁਝ ਨਹੀਂ ਮੇਰੇ ਪੱਲੇ ਤੇ ਜੇ ਮੈਂ ਵੇਖਾਂ ਉਸ ਦੀ ਰਹਿਮਤ ਵੱਲੇ
ਤਾਂ ਫਿਰ ਬੱਲੇ 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 ਬੱਲੇ। ਸਪੀਕਰ ਸਾਹਿਬ, ਸਾਲ 'ਚ 365 ਦਿਨ ਹੁੰਦੇ ਆ ਔਰ ਜਿਹੜਾ ਵਿਰਸਾ ਸਾਨੂੰ ਮਿਲਿਆ 2016-17 ਦਾ 365 ਦਿਨਾਂ 'ਚ 179 ਦਿਨ ਸਟੇਟ ਓਵਰਡਰਾਫਟ 'ਚ ਰਿਹਾ। ਓਵਰਡਰਾਫਟ ਦਾ ਮਤਲਬ ਹੈ ਵੀ ਤੁਹਾਡੇ ਪੈਸੇ ਮੁੱਕ ਗਏ ਹੈ, ਹਰ ਦੂਜੇ ਦਿਨ ਤੁਹਾਨੂੰ ਰਿਜ਼ਰਵ ਬੈਂਕ ਕੋਲੇ ਫੇਰ ਕਰਜ਼ਾ ਲੈਣਾ ਪਿਆ ਸਟੇਟ ਚਲਾਉਣ ਵਾਸਤੇ। 365 ਦਿਨਾਂ 'ਚ 179। ਉਦੋਂ ਜਿਹੜਾ ਪਹਿਲਾ ਸਾਲ ਸੀ ਉਹਦੇ ਵਿੱਚ 148 ਦਿਨ ਔਰ 44 ਦਿਨ ਸਪੀਕਰ ਸਾਹਿਬ ਸਾਡਾ ਸੂਬਾ ਡਬਲ ਓਵਰਡਰਾਫਟ 'ਚ ਰਿਹਾ। ਔਰ ਓਵਰਡਰਾਫਟ ਤੇ ਡਬਲ ਓਵਰਡਰਾਫਟ ਦਾ ਮਤਲਬ ਹੈ ਵੀ ਫਿਰ ਸਾਨੂੰ ਜਿਹੜੀ ਵਿਆਜ ਦੀ ਸ਼ਰ੍ਹਾ ਲੱਗਦੀ ਹੈ ਉਹ ਪੀਨਲ ਲੱਗਦੀ ਹੈ। ਔਰ ਸਪੀਕਰ ਸਾਹਿਬ, ਮੈਂ ਅੱਜ ਇਹ ਖੁਸ਼ੀ ਨਾਲ, ਮੇਰਾ ਇੱਕ ਖੁਸ਼ਨੁਮਾ ਫਰਜ਼ ਹੈ, ਮੈਂ ਇਸ ਹਾਊਸ ਨੂੰ ਦੱਸਾਂ ਕਿ ਇਨਸਾਨੀ ਤਵਾਰੀਖ ਦੇ ਵਿੱਚ ਕੋਈ ਐਸੀ ਮਿਸਾਲ ਨਹੀਂ ਮਿਲਦੀ ਜਿਹੜਾ ਕੋਵਿਡ ਦਾ ਪੈਂਡੇਮਿਕ ਚੱਲਿਆ ਵੱਡੇ ਵੱਡੇ ਮੁਲਕ ਜਿਹੜੇ ਹੈ ਉਹ ਲੜਖੜਾ ਗਏ, ਚਾਹੇ ਉਹ ਅਮਰੀਕਾ ਸੀ, ਕੈਨੇਡਾ ਸੀ। ਅੱਜ ਪ੍ਰੈਸ ਜਿਹੜੀ ਹੈ ਉਹ ਕੁਝ ਵੀ ਲਿਖਦੇ ਵੀ ਆਹ ਨਹੀਂ ਹੋਇਆ, ਇਹਦੇ 'ਚ ਕਮੀ ਰਹਿ ਗਈ, ਉਹ ਕਮੀ ਰਹਿ ਗਈ। ਪਰ ਸਪੀਕਰ ਸਾਹਿਬ, ਜਿਹੜਾ ਕੋਵਿਡ ਆਇਆ ਉਹਨੇ 3 ਮਹੀਨੇ ਨਾ ਕੋਈ ਐਕਸਾਈਜ਼ ਤੋਂ ਰੈਵਨਿਊ ਆਇਆ, ਕੁਝ ਠੇਕੇ ਬੰਦ ਰਹੇ, ਨਾ ਕੋਈ GST ਤੋਂ ਰੈਵਨਿਊ ਆਇਆ, ਪੈਸੇਂਜਰ ਟੈਕਸ ਨਹੀਂ ਆਇਆ, ਇੱਕ ਵੀ ਰਜਿਸਟਰੀ ਨਹੀਂ ਹੋਈ। ਇਹਨਾਂ ਹਾਲਾਤਾਂ ਦੇ ਵਿੱਚ ਸਪੀਕਰ ਸਾਹਿਬ, ਮੇਰਾ ਇਹ ਖੁਸ਼ਨੁਮਾ ਫਰਜ਼ ਹੈ ਕਿ ਮੈਂ ਤੁਹਾਡੇ ਮਾਰਫਤ ਇਸ ਮੁਕੱਦਸ ਹਾਊਸ ਨੂੰ ਇਤਲਾਹ ਕਰਾਂ ਕਿ ਪਿਛਲੇ 4 ਸਾਲਾਂ 'ਚ ਜਦੋਂ ਦੇ ਕੈਪਟਨ ਸਾਹਿਬ ਆਏ ਹੈ ਸਟੇਟ ਇੱਕ ਵੀ ਦਿਨ ਡਬਲ ਓਵਰਡਰਾਫਟ 'ਚ ਨਹੀਂ ਗਿਆ। ਔਰ ਇਸ ਸਾਲ 'ਚ ਸਪੀਕਰ ਸਾਹਿਬ ਇੱਕ ਵੀ ਦਿਨ ਪੰਜਾਬ ਜਿਹੜਾ ਹੈ ਅਸੀਂ ਓਵਰਡਰਾਫਟ 'ਚ ਨਹੀਂ ਗਏ। ਇਹ ਜਿਹੜੀ ਕਿਸ਼ਤੀ ਹੈ ਇਹਨੂੰ ਕਿਨਾਰੇ ਲਾਇਆ। ਔਰ ਸਪੀਕਰ ਸਾਹਿਬ, ਮੈਨੂੰ ਦੱਸਦੇ ਵੀ ਖੁਸ਼ੀ ਹੋ ਰਹੀ ਹੈ ਕਿ ਪਿਛਲੇ 2 ਸਾਲਾਂ 'ਚ ਪੰਜਾਬ ਨੇ ਇੱਕ ਸਿੰਕਿੰਗ ਕੰਸੋਲੀਡੇਟਿਡ ਫੰਡ ਹੁੰਦਾ ਹੈ, ਉਹਦੇ ਵਿੱਚ ਅਸੀਂ ਆਪਣੇ, ਔਰ ਮੈਂ ਜੇ ਤੁਹਾਨੂੰ ਸਾਦੀ ਪੰਜਾਬੀ 'ਚ ਦੱਸਾਂ, ਜਿਵੇਂ ਸਾਡੇ ਘਰਾਂ 'ਚ ਮਾਈਆਂ ਹੁੰਦੀਆਂ, ਸਾਡੀਆਂ ਮਾਵਾਂ ਹੁੰਦੀਆਂ, ਉਹ ਹਰ ਮਹੀਨੇ 2 ਮਹੀਨੇ 100 ਰੁਪਇਆ 500 ਰੁਪਇਆ ਅੱਡ ਰੱਖ ਲੈਂਦੀਆਂ, ਆਪਦੇ ਛੋਟੇ ਜਿਹੇ ਗੱਲੇ 'ਚ ਜਾਂ ਅਲਮਾਰੀ 'ਚ ਜਾਂ ਪੇਟੀ 'ਚ ਰੱਖ ਲੈਂਦੀਆਂ। ਸਪੀਕਰ ਸਾਹਿਬ, ਹਰ ਕੁਆਟਰ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਭਾਵੇਂ 20 ਕਰੋੜ 50 ਕਰੋੜ 100 ਕਰੋੜ, ਔਰ ਅਸੀਂ ਇੱਕ ਪੰਜਾਬ ਦਾ ਸਿੰਕਿੰਗ ਕੰਸੋਲੀਡੇਟਿਡ ਫੰਡ ਇਹ ਤਿਆਰ ਕੀਤਾ ਹੈ। ਔਰ ਅੱਜ ਫਰਵਰੀ ਦੇ ਵਿੱਚ ਸਾਡੇ ਕੋਲੇ 1168 ਕਰੋੜ ਰੁਪਇਆ ਸਾਡਾ RBI ਕੋਲੇ ਜਮਾ ਹੈ, ਸਾਡਾ ਜਮਾ ਹੈ। ਔਰ ਇਹ ਜਿੱਦਣ 5 ਸਾਲ ਦੀ ਮੁੱਦਤ ਹੁੰਦੀ ਹੈ, ਜਦੋਂ 4-5 ਹਜ਼ਾਰ ਕਰੋੜ ਹੋ ਜਾਊਗਾ ਸਪੀਕਰ ਸਾਹਿਬ, ਅਸੀਂ ਜਿਹੜੀ ਆਪਣੀ ਹਾਈ ਕਾਸਟ ਡੈਟ ਹੈ ਅਸੀਂ ਉਹਨੂੰ ਰਿਟਾਇਰ ਕਰ ਦਾਂਗੇ। ਉਸੇ ਤਰ੍ਹਾਂ ਹੀ ਸਪੀਕਰ ਸਾਹਿਬ, ਇੱਕ ਸਰਕਾਰ ਦੀਆਂ ਪਾਲਿਸੀਆਂ ਦਾ ਆਪਣੇ ਸੂਬੇ ਦੇ ਅਰਥਚਾਰੇ ਤੇ ਕੀ ਅਸਰ ਹੁੰਦਾ ਹੈ, ਉਹਦਾ ਇੱਕ ਪੈਮਾਨਾ ਇਹ ਹੁੰਦਾ ਹੈ ਕਿ ਜਿਹੜੀ ਸੂਬੇ ਦੀ GSDP ਹੈ ਉਹ ਕਿੱਥੇ ਜੇ ਖੜੀ ਹੈ। ਸਪੀਕਰ ਸਾਹਿਬ, ਇਹ ਕੋਵਿਡ ਵਾਲਾ ਸਾਲ ਤਾਂ ਛੱਡ ਦਿਓ, ਪਰ ਜਿਹੜੇ ਪਿਛਲੇ 3 ਸਾਲ ਗੁਜ਼ਰੇ ਪੰਜਾਬ ਦੀ ਜਿਹੜੀ ਵਿਕਾਸ ਦੀ GSDP ਦੀ ਸ਼ਰ੍ਹਾ ਸੀ ਉਹ 10.43 ਸੀ, 10.43। ਔਰ ਇਹ ਮੈਂ ਆਪਣੇ ਉਸ ਤੋਂ ਨਹੀਂ ਬੋਲ ਰਿਹਾ, ਇਹ ਗਵਰਨਮੈਂਟ ਆਫ ਇੰਡੀਆ ਦੇ ਇਕਨੋਮਿਕ ਸਰਵੇ ਦੀ ਰਿਪੋਰਟ ਹੈ ਕਿ ਪੰਜਾਬ ਵਾਸ one of the fastest growing states, ਜਿਹੜਾ 10.43 ਤੇ। ਔਰ ਜਿਹੜੀ ਸਾਬਕਾ ਸਰਕਾਰ ਸੀ ਸਪੀਕਰ ਸਾਹਿਬ, ਇਹਨਾਂ ਦੀ 5 ਸਾਲ ਦੀ ਜਿਹੜੀ ਗਰੋਥ ਰੇਟ ਸੀ ਉਹ 8.87 ਸੀ। ਸਪੀਕਰ ਸਾਹਿਬ, ਜਿਹੜੇ ਟੋਟਲ ਰੈਵਨਿਊ ਰਿਸੀਟਸ ਹੈ ਕਿ ਸੂਬੇ ਨੂੰ ਟੋਟਲ ਆਮਦਨ ਕਿੰਨੀ ਹੋਈ, ਜਿਸ ਵੇਲੇ ਸਰਕਾਰ ਸੰਭਾਲੀ ਸੀ 47,985 ਕਰੋੜ ਸੀ, ਹੁਣ ਇਹ ਵੱਧ ਕੇ 95,258 ਹੋ ਗਈ ਹੈ। ਇਹਦਾ ਮਤਲਬ ਇਹ ਇਜ਼ਾਫਾ ਹੋਇਆ ਹੈ 98.52। ਸਪੀਕਰ ਸਾਹਿਬ, ਦੁੱਗਣੀ ਹੋ ਗਈ ਹੈ। ਸਾਡੇ ਟੈਕਸ ਜਿਹੜੇ ਰਿਸੀਟਸ ਹੈ ਇਹ ਜਦੋਂ ਦੇ ਕਾਂਗਰਸ ਪਾਰਟੀ ਆਈ ਹੈ ਇਹ ਦੁੱਗਣੇ ਹੋ ਗਏ ਹੈ। ਐਕਸਾਈਜ਼ ਡਿਊਟੀ ਦੇ ਵਿੱਚ 52% ਇਜ਼ਾਫਾ ਹੋਇਆ ਹੈ, ਸਟੈਂਪ ਡਿਊਟੀ ਦੇ ਵਿੱਚ 41%। ਔਰ ਹਾਲਾਂਕਿ ਸਟੈਂਪ ਡਿਊਟੀ ਅਸੀਂ 9 ਜਿਹੜੇ ਸ਼ਹਿਰੀ ਖੇਤਰ ਵਾਸਤੇ 9 ਤੋਂ 6 ਤੇ ਲੈ ਕੇ ਆਏ ਸੀ, ਉਸ ਦੇ ਬਾਵਜੂਦ ਵੀ 41% ਦਾ ਇਜ਼ਾਫਾ ਹੈ। ਨੌਨ ਟੈਕਸ ਰੈਵਨਿਊਜ਼ ਦੇ ਵਿੱਚ ਸਪੀਕਰ ਸਾਹਿਬ 32% ਇਜ਼ਾਫਾ ਹੈ। ਔਰ ਇਹ ਹਾਊਸ ਸ਼ਾਇਦ ਜਾਣਦੇ ਹੋਣਗੇ ਕਿ ਜਿਸ ਦਿਨ ਮੈਂ ਪਹਿਲਾ ਬਜਟ ਪੇਸ਼ ਕੀਤਾ ਸੀ ਉਸ ਬਜਟ ਦੇ ਵਿੱਚ 10,000 ਕਰੋੜ ਰੁਪਇਆ ਰਿਸੋਰਸ ਗੈਪ ਫੰਡਿੰਗ ਸੀ। ਬਜਟ ਪੇਸ਼ ਹੋ ਗਿਆ ਪਰ 10,000 ਕਰੋੜ ਕਿੱਥੋਂ ਆਊਗਾ ਇਹ ਪਤਾ ਨਹੀਂ ਸੀਗਾ। ਦੂਜੇ ਸਾਲ 'ਚ ਇਹਨੂੰ ਘਟਾ ਕੇ 4,000 ਕੀਤਾ, ਪਿਛਲੇ ਉਦੋਂ ਅਗਲੇ ਸਾਲ 23,000 ਕਰੋੜ ਕੀਤਾ, 2300 ਕਰੋੜ ਕੀਤਾ। ਸਪੀਕਰ ਸਾਹਿਬ, ਮੇਰਾ ਇਹ ਖੁਸ਼ਨੁਮਾ ਫਰਜ਼ ਹੈ ਕਿ ਪਿਛਲਾ ਬਜਟ ਔਰ ਜਿਹੜਾ ਬਜਟ ਅੱਜ ਪੇਸ਼ ਹੋਣ ਜਾ ਰਿਹਾ ਹੈ
ਇਹਦੇ 'ਚ ਰਿਸੋਰਸ ਗੈਪ ਫੰਡਿੰਗ ਜ਼ੀਰੋ ਹੈ। ਜੋ ਪੈਸੇ ਸਾਡੇ ਕੋਲੇ ਹੈ ਉਹੀ ਬਜਟ ਬਣਾਇਆ, ਇਦੋਂ ਉੱਤੇ ਕੋਈ ਬਜਟ ਨਹੀਂ ਬਣਾਇਆ। ਸਪੀਕਰ ਸਾਹਿਬ, ਉਸੇ ਤਰ੍ਹਾਂ ਹੀ ਪੰਜਾਬ ਦੀ ਜਿਹੜੀ ਫੀ ਕਸ ਆਮਦਨੀ ਹੈ ਇਹਦੇ ਵਿੱਚ 1,28,780 ਕਰੋੜ ਤੋਂ ਵੱਧ ਕੇ ਲੱਖ ਤੋਂ ਵੱਧ ਕੇ 1,66,830 ਜਿਹੜਾ ਕਿ ਨੈਸ਼ਨਲ ਐਵਰੇਜ ਨਾਲੋਂ ਅਜੇ ਵੀ 24% ਜ਼ਿਆਦਾ ਹੈ। ਮੈਂ ਇਸ ਤੇ ਸੰਤੁਸ਼ਟ ਨਹੀਂ ਹੈ, ਮੈਂ ਮੁਤਮਈਨ ਨਹੀਂ ਹੈ। ਪੰਜਾਬ ਜਿਹੜਾ ਹੈ ਇਹ 1 ਨੰਬਰ ਦਾ ਸੂਬਾ ਹੁੰਦਾ ਸੀ, ਅੱਜ ਅਸੀਂ 10ਵੇਂ ਥਾਂ ਤੇ ਕਿਤੇ ਹੈ। ਇਹ ਪੰਜਾਬ ਨੂੰ 1 ਨੰਬਰ ਤੇ ਫਿਰ ਲੈ ਕੇ ਆਉਣਾ ਹੈ। ਸਪੀਕਰ ਸਾਹਿਬ, ਇਸ ਤੋਂ ਵੱਧ ਕੀ ਹੋ ਸਕਦਾ ਹੈ ਕਿ ਜਿਹੜੀ CAG ਦੀ ਰਿਪੋਰਟ 2 ਦਿਨ ਪਹਿਲਾਂ ਸਦਨ ਚ ਆਈ ਔਰ ਮੈਂ ਹੂਬਹੂ CAG ਨੇ ਜੋ ਲਿਖਿਆ ਤਾਂ ਆਪ ਫਰਮਾਉਂਦੇ ਨੇ, ਇਹ ਈਅਰ ਐਂਡਿੰਗ 2019 ਆਪ ਫਰਮਾਉਂਦੇ ਹੈ the state is on a fiscal correction path। ਹਾਲਾਂਕਿ CAG ਨੇ ਤਾਂ ਸਾਡੀਆਂ ਕਮੀਆਂ ਕੱਢਣੀਆਂ ਹੁੰਦੀਆਂ, ਜੋ ਕੋਈ ਬੇਨੀਮੀਆਂ ਹੋਈਆਂ ਆਡੀਟਰ ਦਾ ਤਾਂ ਇਹ ਕੰਮ ਹੈ, ਪਰ ਉਹਨਾਂ ਨੇ ਸਭ ਤੋਂ ਪਹਿਲਾਂ ਲਾਈਨ ਲਿਖੀ ਕਿ the state is on a fiscal correction path। ਲਿਹਾਜ਼ਾ ਸਪੀਕਰ ਸਾਹਿਬ, ਅਸੀਂ ਅੱਜ ਉਸ ਹੈਸੀਅਤ ਤੇ ਔਕਾਤ ਦੇ ਵਿੱਚ ਆ ਗਏ ਹਾਂ ਕਿ ਪੰਜਾਬ ਜਿਹੜਾ ਹੈ ਇੱਕ ਵਾਰੀ ਫੇਰ ਇਹ ਆਪਣੇ ਆਪ ਨੂੰ ਐਜ਼ ਅ ਬੈਟਰ ਪਰਫਾਰਮਿੰਗ ਸਟੇਟ ਦਾ ਦਾਅਵਾ ਇੱਕ ਵਾਰੀ ਫੇਰ ਪੇਸ਼ ਕਰ ਸਕਦਾ ਹੈ। ਅਸੀਂ ਅਜ਼ਮਾਇਸ਼ ਦੀ ਦਲਦਲ ਚੋਂ ਨਿਕਲ ਚੁੱਕੇ ਹਾਂ ਔਰ ਲਿਹਾਜ਼ਾ ਸਪੀਕਰ ਸਾਹਿਬ, ਮੇਰਾ ਇਹ ਖੁਸ਼ਨੁਮਾ ਫਰਜ਼ ਹੈ, ਮੈਂ ਤੁਹਾਡੀ ਮਾਰਫਤ ਪੰਜਾਬ ਦੇ ਲੋਕਾਂ ਨੂੰ ਕਹਾਂ ਕਿ ਕੈਪਟਨ ਸਾਹਿਬ ਦਾ ਇਹ ਫੈਸਲਾ ਹੈ ਕਿ ਜਿਹੜੀ ਬੁਢਾਪਾ ਪੈਨਸ਼ਨ ਹੈ ਜਿਹੜੀ ਕਿ 750 ਰੁਪਇਆ ਫੀ ਮਹੀਨਾ ਮਿਲਦੀ ਹੈ ਔਰ ਕਿਤੇ ਨਾਗਾ ਨਹੀਂ ਪੈਣ ਦਿੱਤਾ 4 ਸਾਲਾਂ 'ਚ, ਇਹਨੂੰ ਅਸੀਂ ਵਧਾ ਕੇ 1500 ਰੁਪਇਆ ਜਿਹੜਾ ਹੈ ਇਹ ਕਰਨ ਜਾ ਰਹੇ। ਸਪੀਕਰ ਸਾਹਿਬ, ਹੁਣੇ ਹੀ ਮਤਾ ਪੇਸ਼ ਹੋਇਆ ਅੱਜ, ਕਿਉਂਕਿ ਇੰਟਰਨੈਸ਼ਨਲ ਵਿਮਨਸ ਡੇ ਹੈ ਔਰ ਔਰਤ ਜਿਹੜੀ ਹੈ ਹਰ ਰੂਪ ਦੇ ਵਿੱਚ ਜੋ ਆਦਮੀ ਦਾ ਰਿਸ਼ਤਾ ਹੈ ਔਰਤ ਨਾਲ, ਇਹ ਬੜਾ ਖੂਬਸੂਰਤ ਹੈ। ਚਾਹੇ ਉਹ ਮਾਂ ਦੀ ਸ਼ਕਲ 'ਚ ਹੈ, ਚਾਹੇ ਉਹ ਭੈਣ ਦੀ ਸ਼ਕਲ 'ਚ ਹੈ, ਚਾਹੇ ਉਹ ਬੇਟੀ ਦੀ ਸ਼ਕਲ 'ਚ ਹੈ, ਚਾਹੇ ਉਹ ਬੀਵੀ ਦੀ ਸ਼ਕਲ 'ਚ ਹੈ, ਔਰਤ ਨਾਲ ਜਿਹੜਾ ਰਿਸ਼ਤਾ ਹੈ ਇਹ ਬੜਾ ਖੂਬਸੂਰਤ ਹੈ। ਔਰ ਮੈਂ ਅੱਜ ਇਸ ਮੁਕੱਦਸ ਤੇ ਮੁਬਾਰਕ ਦਿਹਾੜੇ ਤੇ ਮੈਂ ਪੰਜਾਬ ਸਰਕਾਰ ਵੱਲੋਂ ਔਰ ਕੈਪਟਨ ਸਾਹਿਬ ਦੀ ਕਿਆਦਤ ਦੇ ਵਿੱਚ ਮੈਂ ਇਹ ਤੁਹਾਨੂੰ ਇਹ ਇਤਲਾਹ ਕਰੂੰਗਾ ਕਿ ਜੋ ਸ਼ਗਨ ਸਕੀਮ ਆਸ਼ੀਰਵਾਦ ਸਕੀਮ ਜੋ 21,000 ਤੇ ਚੱਲ ਰਹੀ ਸੀ ਔਰ 11 ਤੋਂ 21 ਵੀ ਕਾਂਗਰਸ ਪਾਰਟੀ ਨੇ ਕੀਤੀ ਸੀ, ਉਹਨੂੰ 51,000 ਤੇ ਲਿਆਉਣ ਦਾ ਇਹ ਸਰਕਾਰ ਦਾ ਫੈਸਲਾ ਹੈ। ਸਪੀਕਰ ਸਾਹਿਬ, ਇਹ ਵੀ ਸਰਕਾਰ ਦਾ ਫੈਸਲਾ ਹੈ ਕਿ ਔਰ ਹੁਣੇ ਆਪੋਜੀਸ਼ਨ ਬੈਂਚਸ ਤੋਂ ਇਹ ਗੱਲ ਕੋਈ ਥੋੜੀ ਬਹੁਤ ਇਸ ਗੱਲ ਦੀ ਉਹਨਾਂ ਨੇ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਔਰਤ ਨੂੰ ਬੱਸ ਦੇ ਵਿੱਚ ਸਫ਼ਰ ਕਰਨ ਦਾ ਜੋ 50% ਇਹਨਾਂ ਨੇ ਜਨਾਬ ਨੇ ਇਹ ਫਰਮਾਇਆ ਔਰ ਇਹਨਾਂ ਨੇ ਮੁਤਾਲਬਾ ਕੀਤਾ। ਕਾਂਗਰਸ ਪਾਰਟੀ ਦਾ ਇਹ ਅਜ਼ਮ ਹੈ ਔਰ ਅੱਜ ਦੀ ਇਤਲਾਹ ਹੈ ਕਿ ਪੰਜਾਬ ਦੇ ਸਰਕਾਰੀ ਬੱਸਾਂ ਦੇ ਵਿੱਚ ਖਾਓ ਪੰਜਾਬ ਰੋਡਵੇਜ਼, ਚਾਹੇ ਉਹ PRTC ਹੈ, ਔਰਤ ਜਿਹੜੀ ਹੈ ਪੰਜਾਬ ਦੇ ਵਿੱਚ ਮੁਫਤ ਸਫ਼ਰ ਕਰੂ। ਔਰ ਸਪੀਕਰ ਸਾਹਿਬ, ਮੈਂ ਤੁਹਾਡੀ ਮਾਰਫਤ ਔਰ ਇਹ ਸਪੀਕਰ ਸਾਹਿਬ ਇਸ ਹਾਊਸ ਦੇ ਵਿੱਚ ਇਹ ਵੀ ਮੁਤਾਲਬਾ ਕੀਤਾ ਗਿਆ ਸੀ ਕਿ ਬਾਬਾ ਸਾਹਿਬ ਅਰੁਣਾ ਜੀ ਥੈਂਕ ਯੂ ਸਪੀਕਰ ਸਾਹਿਬ। ਮੈਂ FM ਸਾਹਿਬ ਦੀ ਦਿਲੋਂ ਤਹਿ ਦਿਲ ਤੋਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹ ਜਿਹੜਾ ਔਰ ਮੁੱਖ ਮੰਤਰੀ ਸਾਹਿਬ ਜੀ ਦੀ ਵੀ ਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੀਆਂ ਲੀਹਾਂ ਤੋਂ ਕਾਇਮ ਰੱਖਦੇ ਹੋਏ ਜੋ ਵਾਅਦੇ ਅਸੀਂ ਕੀਤੇ ਸੀ ਉਹ ਵੀ ਪੂਰਾ ਕਰਨ ਦੇ ਲੀਹਾਂ ਤੇ ਚੱਲ ਕੇ ਔਰਤਾਂ ਸਾਰਿਆਂ ਲਈ ਜਿਹੜਾ ਬੱਸਾਂ ਦਾ ਕਿਰਾਇਆ ਹੈ ਉਹ ਖਤਮ ਕਰ ਦਿੱਤਾ ਹੈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਨਾਲ ਹੀ ਨਾਲ ਜਿਹੜਾ ਕਿ ਆਸ਼ੀਰਵਾਦ ਸਕੀਮ ਵੀ ਇਹਨਾਂ ਨੇ 21,000 ਤੋਂ ਵਧਾ ਕੇ 51,000 ਕਰ ਦਿੱਤੀ ਗਈ ਹੈ। ਔਰ ਇਹਦੇ ਨਾਲ ਇੱਕ ਹੋਰ ਬਹੁਤ ਬੜਾ ਤੋਹਫਾ ਜਿਹੜਾ ਕਿ ਇਹਨਾਂ ਨੇ ਔਰਤਾਂ ਨੂੰ ਆਪਣੇ ਦਿੱਤਾ ਹੈ, ਸਾਰੇ ਓਲਡ ਲੋਕਾਂ ਨੂੰ, ਬਜ਼ੁਰਗਾਂ ਨੂੰ, ਉਹ ਹੈ ਕਿ ਪੈਨਸ਼ਨ ਜਿਹੜੀ ਹੈ 750 ਤੋਂ ਵਧਾ ਕੇ ਡਬਲ ਕਰ ਦਿੱਤੀ ਹੈ, 1500 ਕਰ ਦਿੱਤੀ ਹੈ। ਮੈਂ ਇਹਨਾਂ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਮੈਨੂੰ ਲੱਗਦਾ ਅੱਜ
ਇੰਟਰਨੈਸ਼ਨਲ ਵੀਮਨ ਡੇ ਤੇ ਇਹ ਸਾਡੇ ਲਈ ਇੱਕ ਬਹੁਤ ਬੜਾ ਤੋਹਫਾ ਹੈ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸਪੀਕਰ ਸਾਹਿਬ, ਮੈਂ ਇਸ ਹਾਊਸ ਦੇ ਵਿੱਚ ਇਹ ਵੀ ਮੁਤਾਲਬਾ ਆਇਆ ਸੀਗਾ ਕਿ ਗਰੀਬਾਂ ਦੇ, ਬੇਬਸਾਂ ਦੇ, ਬੇਕਸਾਂ ਦੇ ਮਸੀਹਾ ਔਰ ਜੇ ਆਪਾਂ ਸਾਰੇ ਜਣੇ ਇਸ ਹਾਊਸ ਦੇ ਵਿੱਚ ਚਾਹੇ ਵਜ਼ੀਰ ਦੀ ਹੈਸੀਅਤ ਨਾਲ ਚਾਹੇ ਐਮਐਲਏ ਦੀ ਹੈਸੀਅਤ ਨਾਲ ਬੈਠੇ हैं ਤਾਂ ਮੈਂ ਸਮਝਦਾ ਹੈ ਉਹ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੀ ਵਜ੍ਹਾ ਨਾਲ ਬੈਠੇ हैं ਔਰ ਉਹਨਾਂ ਨੇ ਇੱਥੇ ਹਾਊਸ ਦੇ ਵਿੱਚ ਮੁਤਾਲਬਾ ਆਇਆ ਸੀ ਕਿ ਉਹਨਾਂ ਦੀ ਫੋਟੋ ਜਾਂ ਉਹਨਾਂ ਦੀ ਕੋਈ ਅਕੀਦਤ ਵਾਸਤੇ ਇਹ ਕੁਛ ਨਾ ਕੁਛ ਆਪਾਂ ਨੂੰ ਸੋਚਣਾ ਚਾਹੀਦਾ ਹੈ। ਔਰ ਸਪੀਕਰ ਸਾਹਿਬ, ਮੈਂ ਅੱਜ ਇਸ ਮੌਕੇ ਤੇ ਬਾਬਾ ਸਾਹਿਬ ਨੂੰ ਸਮਰਪਿਤ ਕਪੂਰਥਲਾ ਸ਼ਹਿਰ ਦੇ ਵਿੱਚ ਬਾਬਾ ਸਾਹਿਬ ਦੀ ਯਾਦ ਦੇ ਵਿੱਚ ਇੱਕ 100 ਕਰੋੜ ਰੁਪਏ ਦੇ ਨਾਲ ਇੱਕ ਮਿਊਜ਼ੀਅਮ, ਉਹਨਾਂ ਦੀ ਜੋ ਸਾਰੀ ਜ਼ਿੰਦਗੀ ਦਾ ਸਫ਼ਰ ਹੈ ਔਰ ਇਹ ਕੋਈ 22 ਜਾਂ 25 ਜਾਂ 27 ਏਕੜ ਦੇ ਵਿੱਚ ਇਹ ਮੁਸ਼ਤਮਿਲ ਹੋਏਗਾ। ਔਰ ਜਿਵੇਂ ਗੁਜਰਾਤ ਦੇ ਵਿੱਚ ਸਰਦਾਰ ਪਟੇਲ ਦੀ ਯਾਦ ਦੇ ਵਿੱਚ ਉਹਨਾਂ ਨੇ ਇੱਕ ਬੜਾ ਆਈਕੋਨਿਕ ਇੱਕ ਉਹ ਜਗ੍ਹਾ ਤਿਆਰ ਕੀਤੀ ਹੈ ਜਿਹੜੀ ਕਿ ਇੱਕ ਆਪਾਂ ਸਮਝਦੇ ਜਿਵੇਂ ਬੰਦੇ ਤੀਰਥ ਜਾਂਦੇ ਆ, ਜਿਸ ਅਕੀਦੇ ਨਾਲ ਤੀਰਥ ਜਾਂਦੇ ਆ, ਤਾਂ ਬਾਬਾ ਸਾਹਿਬ ਦੀ ਯਾਦ ਦੇ ਵਿੱਚ ਔਰ ਮੈਨੂੰ ਲੱਗਦਾ ਹਿੰਦੁਸਤਾਨ ਦੇ ਵਿੱਚ ਸ਼ਾਇਦ ਇਹ ਸੈਕਿੰਡ ਮਿਊਜ਼ੀਅਮ ਹੀ ਹੋਏਗਾ ਔਰ ਇਹ ਪੰਜਾਬ ਸਰਕਾਰ ਇਹ 100 ਕਰੋੜ ਨਾਲ ਸਥਾਪਿਤ ਕਰਨ ਜਾ ਰਹੀ ਹੈ। ਔਰ ਉਹਨਾਂ ਦਾ ਰੁਤਬਾ ਦੇਖੋ ਸਪੀਕਰ ਸਾਹਿਬ, ਬਾਬਾ ਸਾਹਿਬ ਦਾ, ਕਿ 1956 ਦੇ ਵਿੱਚ ਜਿੱਦਣ ਉਹ ਪੂਰੇ ਹੋਏ ਤਾਂ ਇੱਕ ਪਾਕਿਸਤਾਨ ਦੇ ਅਖਬਾਰ ਨੇ ਕੀ ਲਿਖਿਆ, ਸੁਰਖੀ ਕੀ ਬਣਾਈ, ਉਹਨਾਂ ਨੇ ਖਬਰ ਕਿਵੇਂ ਦਿੱਤੀ, खबर देती कि अब चैन से रहे दुनिया में जमाने वाले, सो गए कब के लोगों को जगाने वाले, कहने को तो करोड़ों हैं पर कितने हैं जुल्म के सामने सर कभी ना झुकाने वाले। और स्पीकर साहब, मैं बाबा साहब की याद दे विच ही कैप्टन साहब की सरकार का ये मुतालबा ते ये अज़म कि जिस तरह किसान दी कर्ज माफी हुई है, इस साल जो खेत मजदूर है या जो बेजमीने लोग है जिन्होंने कोऑपरेटिव दे लोन ले है, उन्होंने 523 करोड़ रुपए दे लोन जिहड़े है वो भी इस साल कर्जा माफी और बजट दे विच ओहदा रखा गया। उस तरह ही देखो गल ये है, परंपरा बजट दे विच बोलण दी नहीं हुंदी, बजट विच चलेगा नहीं, थोड़ा आराम मिल जाता जी। नहीं बजट दे विच बोलण दी परंपरा हुंदी नहीं, आराम भी मिल जाता नहीं सर, बहुत लंबा बोलना फिर आराम मिल जाता है। नवीं परंपरावां ना पाओ, नवीं परंपरावां ना पाओ। चन्नी जी बैठो, चन्नी जी बैठ जाओ, बैठो जी, बैठो बजट च ना बोलो कोई भी। स्पीकर साहब, ਤੁਸੀਂ ਬਾਅਦ ਗੱਲ ਕਰ ਲਿਓ ਜਿਹੜੀ ਕਰਨੀ, ਬੋਲੋ ਜੀ, ਬੋਲੋ ਮਨਪ੍ਰੀਤ ਜੀ, ਬੋਲੋ ਮਨਪ੍ਰੀਤ ਜੀ, ਬੋਲੋ। ਇੱਕ ਸੁਣ ਲਓ, ਅਖੀਰਲਾ ਸੁਣ ਲਓ, ਫਿਰ ਕਰ ਲਿਓ ਜੀ। ਬਹਿਸ ਗੱਲ ਕਰ ਲਿਓ। ਪੇ ਕਮਿਸ਼ਨ ਹੈ ਜਿਹੜੀ ਚੀਮਾ ਸਾਹਿਬ, ਜਿਹੜੀ ਪੇ ਕਮਿਸ਼ਨ ਹੈ, ਚੀਮਾ ਜੀ ਜਦੋਂ ਬਹਿਸ ਕਰੋਗੇ ਸਾਰਾ ਕੁਝ ਕਹਿ ਲਿਓ, ਲੇਕਿਨ ਬਜਟ ਪੜ੍ਹ ਲੈਣ ਦਿਓ। ਤੁਸੀਂ ਪੜ੍ਹੋ ਜੀ, ਮਨਪ੍ਰੀਤ ਜੀ ਪੜ੍ਹੋ। ਕੱਲੀ ਪੇ ਕਮਿਸ਼ਨ ਦਾ ਸੁਣ ਲਓ, ਫਿਰ ਰੌਲਾ ਪਾ ਲਿਓ। ਸਪੀਕਰ ਸਾਹਿਬ, ਇਸ ਹਾਊਸ ਦੇ ਵਿੱਚ ਔਰ ਬੜੇ ਲੰਬੇ ਸਮੇਂ ਤੋਂ ਔਰ ਇਹ ਚਿੰਤਾ ਦਾ ਬਾਇਸ ਸੀ ਸਾਡੇ ਵਾਸਤੇ ਕਿ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਮੁਲਾਜ਼ਮ ਹੈ, ਇਹਨਾਂ ਦੀ ਜੋ ਪੇ ਕਮਿਸ਼ਨ ਦੀਆਂ ਜੋ ਸਿਫਾਰਿਸ਼ਾਤ ਹੈ ਅਜੇ ਤੱਕ ਸਾਨੂੰ ਹਾਸਲ ਨਹੀਂ ਹੋਈਆਂ। ਸਾਨੂੰ ਇਸ ਗੱਲ ਦੀ ਚਿੰਤਾ ਹੈ, ਮੈਨੂੰ ਇਸ ਗੱਲ ਦੀ ਵੀ ਚਿੰਤਾ ਸੀ ਕਿ ਬਜਟ ਜਿਹੜਾ ਹੈ ਇਹ ਬਣਾਉਣਾ ਹੈ ਔਰ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਤ ਦੇ ਵਿੱਚ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ ਕਿੰਨਾ ਇਜ਼ਾਫਾ ਹੋਣਾ ਹੈ ਔਰ ਅਸੀਂ ਉਹਨਾਂ ਨੂੰ ਸਨੇਹ ਵੀ ਭੇਜਿਆ ਸੀ, ਉਹਨਾਂ ਨੂੰ ਫੋਰਸ ਤਾਂ ਨਹੀਂ ਕਰ ਸਕਦੇ। ਸਾਨੂੰ ਅਨਅਫੀਸ਼ੀਅਲੀ ਉਹਨਾਂ ਨੇ ਕਿਹਾ ਵੀ 31 ਮਾਰਚ ਤੋਂ ਪਹਿਲਾਂ ਉਹਨਾਂ ਦੀ ਰਿਪੋਰਟ ਆ ਜਾਏਗੀ। ਮੈਂ ਸਪੀਕਰ ਸਾਹਿਬ ਇਸ ਬਜਟ ਦੇ ਵਿੱਚ ਮੁਲਾਜ਼ਮਾਂ ਦੀ ਤਨਖਾਹ ਦੇ ਇਜ਼ਾਫੇ ਵਾਸਤੇ ਔਰ ਜਿਹੜੇ ਉਹਨਾਂ ਦੇ ਏਰੀਅਰਸ ਰਹਿੰਦੇ ਆ, ਏਰੀਅਰਸ ਜਿਹੜੇ ਆ ਉਹ ਕਿਸ਼ਤਾਂ 'ਚ ਔਰ ਪੇ ਕਮਿਸ਼ਨ ਜਿਹੜੀ ਹੈ ਇਹ 1 ਜੁਲਾਈ ਇਸ ਸਾਲ ਤੋਂ ਲਾਗੂ ਕਰਨ ਦਾ ਐਲਾਨ ਕਰਦਾ ਹੈ। ਔਰ ਮੈਂ ਇਸ ਬਜਟ ਦੇ ਵਿੱਚ ਸਪੀਕਰ ਸਾਹਿਬ 9000 ਕਰੋੜ ਰੁਪਇਆ
ਪਹਿਲਾਂ ਪੇ ਕਮਿਸ਼ਨ ਦੀ ਰਿਪੋਰਟ ਪੜ੍ਹ ਤਾਂ ਲਓ ਯਾਰ ਕੀ ਆਈ ਹੈ। ਸਪੀਕਰ ਸਾਹਿਬ ਮੈਂ ਵਿੱਚ ਬਜਟ ਦੇ ਸਪੀਕਰ ਸਾਹਿਬ, ਮੈਂ- ਬਜਟ 'ਚ ਨਹੀਂ ਬੋਲਣਾ ਹੁੰਦਾ ਜੀ। ਮੈਂ ਇਹ ਪਰੰਪਰਾ ਗਲਤ ਹੈ ਬਜਟ 'ਚ। ਮੈਂ ਨਹੀਂ ਇਹਦੇ 'ਚ ਰਿਕੁਐਸਟ ਦੀ ਇਜਾਜ਼ਤ ਦਿੰਦਾ ਕਿਸੇ ਨੂੰ ਵੀ। ਤੁਸੀਂ ਬੋਲੋ ਜੀ ਮਨਪ੍ਰੀਤ ਜੀ, ਬਜਟ ਦੇ ਸਪੀਕਰ ਵਿੱਚ ਸਾਹਿਬ, ਕੋਈ ਇੰਟਰਪਸ਼ਨ ਨਹੀਂ। ਮੇਰਾ ਸਪੀਕਰ ਸਾਹਿਬ ਮੇਰਾ ਇਹ ਵੀ ਬੜਾ ਖੁਸ਼ਨੁਮਾ ਫਰਜ਼ ਹੈ ਔਰ ਮੈਂ ਵਧਾਈ ਦਿੰਦਾ ਹੈ। ਮੇਰੇ ਪਿੱਛੇ ਮਿਨਿਸਟਰ ਸਾਹਿਬ ਟੈਕਨੀਕਲ ਐਜੂਕੇਸ਼ਨ ਬੈਠੇ ਹੈ, ਪਰਮਿੰਦਰ ਸਿੰਘ ਪਿੰਕੀ ਸਾਹਿਬ ਮੇਰੇ ਵੱਡੇ ਭਰਾ ਉਹ ਵੀ ਬੈਠੇ ਹੈ, ਭੈਣ ਸਾਡੀ ਅਰੁਣਾ ਚੌਧਰੀ ਇਹ ਵੀ ਬੈਠੇ ਹੈ ਕਿ ਦੋ ਜਿਹੜੇ ਸਾਡੇ ਕਾਲਜ ਸੀਗੇ, ਸ਼ਹੀਦ ਆਜ਼ਮ ਭਗਤ ਸਿੰਘ ਟੈਕਨੀਕਲ ਇੰਜੀਨੀਅਰਿੰਗ ਕੈਂਪਸ ਜਿਹੜਾ ਫਿਰੋਜ਼ਪੁਰ ਔਰ ਸਰਦਾਰ ਬੇਅੰਤ ਸਿੰਘ ਟੈਕਨੀਕਲ ਤੇ ਇੰਜੀਨੀਅਰਿੰਗ ਕਾਲਜ ਗੁਰਦਾਸਪੁਰ, ਇਹਨਾਂ ਨੂੰ ਅਸੀਂ ਯੂਨੀਵਰਸਿਟੀ ਦੀ ਹੈਸੀਅਤ ਦੇ ਰਹੇ ਹਾਂ। ਸਪੀਕਰ ਸਾਹਿਬ ਉਸੇ ਤਰ੍ਹਾਂ ਜਿਹੜੇ ਜੰਗੇ ਆਜ਼ਾਦੀ ਦੇ ਜਿਹੜੇ ਫਰੀडम ਫਾਈਟਰਸ ਹੈ ਔਰ ਉਹਨਾਂ ਦੇ ਗਾਂ ਬੱਚੇ ਔਰ ਉਹਨਾਂ ਦੇ ਜਿਹੜੇ ਤੀਜੀ ਪੀੜ੍ਹੀ ਦੇ ਹੈ, ਸਪੀਕਰ ਸਾਹਿਬ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਇਹ 7500 ਤੋਂ ਵਧਾ ਕੇ ਇਹ 9400 ਕਰਤੀ ਹੈ। ਉਸੇ ਤਰ੍ਹਾਂ ਹੀ ਸਪੀਕਰ ਸਾਹਿਬ ਇੱਕ ਬੜਾ ਸਿਆਹ ਦੌਰ ਪੰਜਾਬ 'ਚ ਚੱਲਿਆ ਜਦੋਂ ਪੰਜਾਬ ਦੇ ਵਿੱਚ ਕਤਲੇਆਮ ਹੋਏ ਔਰ ਉਸ ਕਤਲੇਆਮ ਦੇ ਵਿੱਚ ਹਜ਼ਾਰਾਂ ਲੋਕ ਮਾਰੇ ਗਏ। ਉਹਨਾਂ ਨੂੰ ਸਰਕਾਰ ਪੈਨਸ਼ਨ ਦਿੰਦੀ ਹੈ, ਉਹ 5000 ਦੀ ਪੈਨਸ਼ਨ ਹੈ, ਉਹਦੇ 'ਚ 20% ਇਜ਼ਾਫਾ ਕਰਨ ਦਾ ਇਹ ਫੈਸਲਾ ਕੀਤਾ ਹੈ। ਉਸੇ ਤਰ੍ਹਾਂ ਹੀ ਸਪੀਕਰ ਸਾਹਿਬ ਮੈਂ ਇਸ ਮੌਕੇ ਤੇ ਜਿਹੜੀ ਕਿਉਂਕਿ ਮੈਂ ਉਮਰ ਦੀ ਉਸ ਮੰਜ਼ਿਲ 'ਚ ਪਹੁੰਚ ਗਿਆ, ਸਪੀਕਰ ਸਾਹਿਬ ਮੈਂ ਉਮਰ ਦੇ ਉਸ ਹਿੱਸੇ 'ਚ ਪਹੁੰਚ ਗਿਆ ਕਿ ਜੇ ਇਨਸਾਨ ਕਿਸੇ ਚੀਜ਼ ਨਾਲ ਇਸ਼ਕ ਕਰਦਾ ਹੈ ਤਾਂ ਇਸ਼ਕ ਦਾ ਇਤਰਾਫ ਕਰਨ 'ਚ ਉਹਨੂੰ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ। ਮੈਂ ਅੱਜ ਇਸ ਹਾਊਸ ਦੇ ਅੱਗੇ ਇਸ ਗੱਲ ਦਾ ਤਾਂ ਇਤਰਾਫ ਕਰਦਾ ਹੈ ਕਿ ਜੇ ਮੈਂ ਇਸ਼ਕ ਕੀਤਾ ਹੈ ਤਾਂ ਮੈਂ ਪੰਜਾਬ ਨਾਲ ਕੀਤਾ ਹੈ, ਪੰਜਾਬੀ ਜ਼ੁਬਾਨ ਨਾਲ ਕੀਤਾ ਹੈ ਔਰ ਪੰਜਾਬ ਦੇ ਕਲਚਰ ਨਾਲ ਕੀਤਾ ਹੈ। ਸਪੀਕਰ ਸਾਹਿਬ ਮੈਂ ਆਪ ਤਾਂ ਇੰਨਾ ਚੰਗਾ ਪੰਜਾਬੀ ਨਹੀਂ ਹੈ, ਮੈਂ ਤਾਂ ਗਿਆ ਗੁਜ਼ਰਿਆ ਜਿਹਾ ਪੰਜਾਬੀ ਹੈ, ਪਰ ਜਿਹੜੀ ਗੱਲ ਤੇ ਮੈਂ ਨਾਜ਼ ਕਰਦਾ ਹੈ ਪੰਜਾਬ ਔਰ ਪੰਜਾਬ ਦੀ ਬਹਾਦਰੀ ਔਰ ਪੰਜਾਬ ਦੀ ਟੈਨੈਸਿਟੀ, ਸਪੀਕਰ ਸਾਹਿਬ ਮੈਨੂੰ ਇਹ ਗੱਲ ਦਾ ਪਤਾ ਹੈ ਕਿ ਇਹ ਚੀਜ਼ ਇਹ ਨਾਜ਼ ਦੇ ਕਾਬਿਲ ਹੈ। ਲਿਹਾਜ਼ਾ ਮੈਂ ਜੋ ਪੰਜਾਬੀ ਸਾਹਿਤ ਰਤਨ ਅਵਾਰਡ ਹੈ ਇਹਦਾ ਜਿਹੜਾ ਅਵਾਰਡ ਮਨੀ ਹੈ ਇਹ 10 ਲੱਖ ਤੋਂ ਵਧਾ ਕੇ 20 ਲੱਖ ਦਾ ਅਨਾਉਂਸ ਕਰ ਦਿੱਤਾ। ਸਪੀਕਰ ਸਾਹਿਬ ਇਸੇ ਤਰ੍ਹਾਂ ਸ਼੍ਰੋਮਣੀ ਪੁਰਸਕਾਰ ਹੁੰਦੇ ਆ, ਇਹਦੀ ਵੀ ਮੈਂ ਜਿਹੜੀ ਪ੍ਰਾਈਜ਼ ਮਨੀ ਹੈ ਇਹ 5 ਤੋਂ 10 ਦਾ ਐਲਾਨ ਕਰਦਾ ਤੇ ਇਸ ਦੇ ਨਾਲ ਨਾਲ ਬੈਸਟ ਪ੍ਰਿੰਟਿੰਗ ਬੁੱਕ ਅਵਾਰਡਸ ਹੈ ਇਹ 11 ਤੋਂ 21,000। ਇੱਕ ਜਿਹੜੇ ਬਜ਼ੁਰਗ ਪੰਜਾਬੀ ਹਿੰਦੀ ਤੇ ਉਰਦੂ ਦੇ ਜਿਹੜੇ ਅਦੀਬ ਹੋਏ ਆ, ਜਿਹੜੇ ਲਿਖਾਰੀ ਹੋਏ ਆ, ਉਹਨਾਂ ਨੂੰ 5000 ਰੁਪਏ ਪੈਨਸ਼ਨ ਮਿਲਦੀ ਹੈ, ਇਹ 5000 ਤੋਂ 15000 ਕਰਨ ਲੱਗੇ। ਜਿਹੜੀਆਂ ਸਪੀਕਰ ਸਾਹਿਬ ਫੈਮਿਲੀਜ਼ ਹੈ, ਇਹ ਜਿਹੜੇ ਬਜ਼ੁਰਗ ਲੇਖਕ ਹੋਏ ਆ ਪੰਜਾਬੀ ਦੇ, ਹਿੰਦੀ ਦੇ, ਉਰਦੂ ਦੇ, ਉਹਨਾਂ ਦੀਆਂ ਫੈਮਿਲੀਜ਼ ਨੂੰ ਵੀ ਪੈਨਸ਼ਨ ਮਿਲਦੀ ਸੀ, ਉਹ 5000 ਮਿਲਦੀ ਸੀ। ਉਹ ਆਪ ਤਾਂ ਨਹੀਂ ਰਹੇ ਪਰ ਉਹਨਾਂ ਦੀਆਂ ਡਿਪੈਂਡੈਂਟ ਜਿਹੜੀਆਂ ਫੈਮਿਲੀ ਸੀਗੀਆਂ ਇਹਨਾਂ ਨੂੰ 5000 ਤੋਂ 15000 ਰੁਪਏ ਇਹਨਾਂ ਦੀ ਪੈਨਸ਼ਨ 'ਚ ਇਜ਼ਾਫਾ ਕਰ ਦਿੱਤਾ। ਉਸੇ ਤਰ੍ਹਾਂ ਹੀ ਸਪੀਕਰ ਸਾਹਿਬ ਜਿਹੜੀਆਂ ਕਿਤਾਬਾਂ ਛਪਦੀਆਂ ਔਰ ਕਿਤਾਬਾਂ ਕਿਉਂਕਿ ਜ਼ਾਹਿਰ ਹੈ ਕਿ ਇਹਨਾਂ ਦੀ ਸਰਕੂਲੇਸ਼ਨ ਬਹੁਤੀ ਜ਼ਿਆਦਾ ਨਹੀਂ ਹੁੰਦੀ ਤਾਂ ਜੇ ਕੋਈ ਲੇਖਕ ਹੁੰਦਾ ਹੈ ਤੇ ਉਹਨੂੰ ਕਿਤਾਬ ਆਪਦੇ ਪੱਲਿਓਂ ਹੀ ਛਪਾਉਣੀ ਪੈਂਦੀ ਹੈ। ਸਪੀਕਰ ਸਾਹਿਬ ਇਹ ਹਿੰਦੀ, ਪੰਜਾਬੀ ਤੇ ਉਰਦੂ ਦੀਆਂ ਕਿਤਾਬਾਂ ਦੀ ਜੇ 100 ਸਫ਼ਿਆਂ ਤੋਂ ਘੱਟ ਹੈ ਤਾਂ 10000 ਤੋਂ ਵਧਾ ਕੇ 20000 ਉਹ ਸਟੇਟ ਕਨਿਊ ਕੰਟਰੀਬਿਊਸ਼ਨ ਹੋਊਗੀ। ਜੇ 100 ਸਫ਼ਿਆਂ ਤੋਂ ਵੱਧ ਹੈ ਤਾਂ 15000 ਤੋਂ ਵਧਾ ਕੇ ਇਹ 30000 ਕਰ ਦਿੱਤੀ ਗਈ ਹੈ। ਸਪੀਕਰ ਸਾਹਿਬ ਇਸੇ ਤਰ੍ਹਾਂ ਹੀ ਮੈਂ ਜੋ 15ਵੀਂ ਵਿੱਤ ਕਮਿਸ਼ਨ ਹੈ ਜਿਹਦੇ ਚੇਅਰਮੈਨ ਜਨਾਬ NK ਸਿੰਘ ਸਾਹਿਬ ਔਰ ਉਹਨਾਂ ਦੀ ਸਾਰੀ ਟੀਮ ਆਈ ਸੀ, ਉਹਨਾਂ ਨੇ ਪੰਜਾਬ ਦੀ ਸਾਰੀ ਗੱਲਬਾਤ ਸੁਣੀ ਔਰ ਮੈਂ ਵਧਾਈ ਦਿੰਦਾ CM ਸਾਹਿਬ ਨੂੰ ਕਿ ਇਹਨਾਂ ਨੇ ਜਿਸ ਅੰਦਾਜ਼ ਨਾਲ ਪੰਜਾਬ ਦਾ ਮੁਕੱਦਮਾ ਪੇਸ਼ ਕੀਤਾ। 15ਵੀਂ ਵਿੱਤ ਕਮਿਸ਼ਨ ਨੇ ਜੋ ਪੰਜਾਬ ਦੇ ਸੈਂਟਰਲ ਟੈਕਸਿਸ ਦੀ ਡੈਵੋਲੂਸ਼ਨ ਹੈ ਉਹਦੇ ਵਿੱਚ 0.23% ਦਾ ਇਜ਼ਾਫਾ ਕਰ ਦਿੱਤਾ ਹੈ। ਪਰ ਇਹ 0.23 ਦਾ ਵੀ ਮਤਲਬ ਇਹ ਹੈ ਕਿ ਇਸ ਜਿਹੜਾ ਮੰਦਾ ਸਾਲ ਚੱਲ ਰਿਹਾ ਹੈ ਇਹਨਾਂ ਦੀ ਸਿਫਾਰਸ਼ਾਤ ਔਰ ਆਪਣੇ ਟੈਕਸਾਂ ਦੇ ਹਿੱਸੇ 'ਚ ਵਧਣ ਨਾਲ ਆਪਾਂ ਨੂੰ 1500 ਕਰੋੜ ਰੁਪਇਆ ਇਸ ਸਾਲ ਵੱਧ ਆਏਗਾ। ਸਪੀਕਰ ਸਾਹਿਬ ਮੈਂ
तमाम पंजाब ਦੇ ਲੋਕਾਂ ਵੱਲੋਂ ਤੇ ਇਸ ਹਾਊਸ ਵੱਲੋਂ ਮੈਂ ਚੇਅਰਮੈਨ ਫਾਈਨੈਂਸ ਕਮਿਸ਼ਨ ਤੇ ਉਹਨਾਂ ਦੀ ਟੀਮ ਦਾ ਇਸ ਗੱਲ ਦਾ ਧੰਨਵਾਦ ਕਰਦਾ। ਸਪੀਕਰ ਸਾਹਿਬ, ਜੋ ਕੈਪੀਟਲ ਐਕਸਪੈਂਡੀਚਰ ਹੈ, ਕੈਪੀਟਲ ਐਕਸਪੈਂਡੀਚਰ ਦਾ ਮਤਲਬ ਵੀ ਜਿਹੜੇ ਪੈਸੇ ਤਰੱਕੀਆਤੀ ਕੰਮਾਂ ਤੇ ਖਰਚ ਹੋਣੇ ਆ, ਚਾਹੇ ਉਹ ਸਕੂਲ ਹੈ, ਚਾਹੇ ਹਸਪਤਾਲ ਹੈ, ਚਾਹੇ ਉਹ ਸੜਕਾਂ ਹੈ ਵਗੈਰਾ ਵਗੈਰਾ। मैं स्पीकर साहब इस साल जिहड़ा कैपिटल एक्सपेंडिचर रखा, पिछले साल क्योंकि कोविड का साल सीगा और जे फाइनल CAG की रिपोर्ट तो आई नहीं, पर इस साल जिहड़ा है वो 14,000 ते 134 करोड़ रुपया वो कैपिटल एक्सपेंडिचर होएगा। स्पीकर साहब, सानू गवर्नमेंट ऑफ इंडिया ने क्योंकि कोविड का साल सीगा, साडी इकोनॉमी जिहड़ी है GSTP श्रिंक कर गई। वैसे तो 10.43 वध रही सी, पर क्योंकि कोविड की ना घट गई, उन्होंने सानू बोरोइंग लिमिट वध देती सी और उन्होंने सानू 5% दी सी। स्पीकर साहब, मैनू खुशी है कि असी अपनी बोरोइंग लिमिट जिहड़ी है वो 5 नहीं लई, असी बोरोइंग एक्सट्रा नहीं की और असी अपने आप नू 4 तो थल्ले थल्ले रखांगे, बोरोइंग जिहड़ी है वो नहीं करांगे। स्पीकर साहब, मैनू जिहड़ा और जिस तरह मैं पहला भी अर्ज की कि जिस वेले सरकार संभाली सीगी तो उस वेले 7,791 करोड़ दी देनदारियां सीगियां और मैं इस हाउस नू अश्योर करदा कि 31 मार्च नू इस बार जो सरकार दी देनदारियां होणगियां वो 300 करोड़ रुपए तो घट होणगियां। 300 करोड़ तो ज्यादा जो साल बंद होगा उस हजारां च नहीं होएगी। स्पीकर साहब, वो बिल्कुल सैकड़ियां और मैं 300 इस करके कहना एक कंटीन्यूअस प्रोसैस है, तुसीं ऐ नहीं कह सकते अज जीरो हो गया, क्योंकि कोई ना कोई बिल जिहड़े है ये आउंदे रहिंदे हैं। स्पीकर साहब, जिहड़ी मैनूं जिस गल की चिंता है वो चिंता हैगी कि पंजाब का जिहड़ा टोटल डेट है, अज जिहड़ा बजट मैं पेश कर रहा, इस बजट तो बाद जिहड़ा अगला साल ये 2,73,703 होएगा। स्पीकर साहब, मैं थोड़ी मार्फत प्रैस नूं और हाउस के मैंबरान नूं इस गल का एहसास जरूर दिवाना चाहूंगा कि जे कोविड की महामारी ना आई हुंदी तो मैनू लगता है कि आ जिहड़ा बजट है ये सरप्लस बजट होना सी, बावजूद इसके कि असी 9,000 करोड़ रुपया जिहड़ा है वो असी अपने मुलाजमां की जिहड़ी पे कमीशन की रिपोर्ट है उन्होंने भी फैक्टर किया। स्पीकर साहब, मैं हाँ जी, ਤੁਸੀਂ ਬੋਲਣਾ, ਤੁਸੀਂ ਬਜਟ ਤੇ ਬੋਲਣਾ, ਤੁਸੀਂ ਬਜਟ ਤੇ ਬੋਲਣਾ, ਬੋਲ ਲਿਓ। ਤੁਸੀਂ ਜਦੋਂ ਬਜਟ ਤੇ ਬੋਲਣਾ ਬੋਲ ਲਿਓ। ਤੁਸੀਂ ਬਜਟ ਤੇ ਬੋਲਣਾ ਬੋਲ ਲਿਓ। ਬਜਟ ਤੇ ਜਦੋਂ ਬਜਟ ਤੇ ਬੋਲਣਾ ਬੋਲ ਲਿਓ। ਤੁਸੀਂ ਬਜਟ ਤੇ ਬੋਲਣਾ ਹੈ। स्पीकर साहब, मैं हुण पैरा 34 दे अखीरलियां जिहड़ियां 3 लाइनां है कि स्पीकर साहब, मैं जिहड़ा हेल्थ सैक्टर है इहदे लई 3,882 करोड़ रुपया इस साल च मखसूस करदा है और इहदी जिहड़ी वंड है ਇਹਦੇ ਚ स्पीकर साहब पैरा 51 मैं 65 करोड़ रुपया नवे मटरनल ते चाइल्ड हेल्थ विंग सब डिवीजन तलवंडी साबो नाभा पट्टी डेरा बस्सी हस्पतालों वास्ते रखे और जो पिछले साल जेडे हस्पा CHC शुरू कीतियां सी ओदे च 57 करोड़ उन्हां दी मुकम्मल होने वास्ते मैं इस साल तजवीज़ करदा। स्पीकर साहब, इस तरह 55 करोड़ रुपया एडिशनल जेडे बैड है ये डिस्ट्रिक्ट हस्पताल लुधियाना, फरीदकोट, हुशियारपुर, बठिंडा ते बरनाला दे विच लाउण दी ये तजवीज़ है। उस तरह ही स्पीकर साहब ड्रग वेयर हाउस 3 बनाने हैं, एक हुशियारपुर, एक फिरोजपुर
ਤੇ ਇੱਕ ਸੰਗਰੂਰ। ਸਪੀਕਰ ਸਾਹਿਬ, ਇਸ ਸਾਲ ਜਿਹੜੇ ਹੈਲਥ ਵੈਲਨੈਸ ਸੈਂਟਰ ਹੈ ਨਾਰੇ ਰਿਕਾਰਡ ਨਾ ਕੀਤੇ ਜਾਣ। 134 ਕਰੋੜ ਰੁਪਇਆ ਇਸ ਸਾਲ 'ਚ ਰੱਖਿਆ ਗਿਆ। ਸਪੀਕਰ ਸਾਹਿਬ, 1060 ਕਰੋੜ ਰੁਪਏ ਇਹ ਹੈਲਥ ਮਿਸ਼ਨ 21-22 ਚ ਰੱਖੇ ਗਏ ਹੈ। ਸਪੀਕਰ ਸਾਹਿਬ, ਆਯੁਸ਼ਮਾਨ ਭਾਰਤ ਜਿਹੜੀ ਸਕੀਮ ਹੈ, ਇਹ 5 ਲੱਖ ਰੁਪਇਆ ਦੀ ਕੈਸ਼ਲੈਸ ਟ੍ਰੀਟਮੈਂਟ ਜਿਹੜੀ ਹੈ ਇਹ ਹੋ ਸਕਦੀ ਹੈ। ਹੁਣ ਤੱਕ 39 ਲੱਖ ਤੇ 57 ਹਜ਼ਾਰ ਖਾਨਦਾਨ ਇਹ ਆਯੁਸ਼ਮਾਨ ਭਾਰਤ ਦੇ ਵਿੱਚ ਇਹ ਦਰਜ ਹੋ ਗਏ ਹੈ। ਹਾਲਾਂਕਿ ਜੋ ਗਵਰਨਮੈਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਹੈ ਉਹਦੇ ਵਿੱਚ ਪੰਜਾਬ 'ਚ 17 ਲੱਖ ਤੋਂ ਜ਼ਿਆਦਾ ਨਹੀਂ ਹੋ ਸਕਦੇ, ਉਸ ਤੋਂ ਡਬਲ ਤੋਂ ਵੀ ਜ਼ਿਆਦਾ ਇਹਦੀ ਜਿਹੜੀ ਪ੍ਰੀਮੀਅਮ ਹੈ। ਔਰ ਇਸ ਸਾਲ ਮੈਂ ਆਯੁਸ਼ਮਾਨ ਭਾਰਤ ਦੇ ਵਿੱਚ 324 ਕਰੋੜ ਰੁਪਇਆ ਉਹ ਤਜਵੀਜ਼ ਕਰਦਾ। ਸਪੀਕਰ ਸਾਹਿਬ, ਉਸੇ ਤਰ੍ਹਾਂ ਹੀ 100 ਕਰੋੜ ਰੁਪਇਆ ਮੈਂ ਹਸਪਤਾਲਾਂ ਦੀ ਜਿਹੜੀ ਅਪਗ੍ਰੇਡੇਸ਼ਨ ਹੈ, ਜਿਹਦੇ ਵਿੱਚ ਸ਼ਾਇਦ ਸਾਡੇ ਐਮਐਲਏ ਸਾਹਿਬ ਬੈਠੇ ਧਰਮਕੋਟ ਤੋਂ, ਸੁਖਜੀਤ ਜੀ, ਧਰਮਕੋਟ, ਚਮਕੌਰ ਸਾਹਿਬ ਤੇ ਬਰਨਾਲਾ ਉਹਦੇ ਵਿੱਚ ਸ਼ਾਮਲ ਹੈ। ਔਰ 100 ਕਰੋੜ ਨਾਲ ਇਹ ਹਸਪਤਾਲ ਜਿਹੜੇ ਡਿਸਟ੍ਰਿਕਟ ਲੈਵਲ ਦੇ ਹੈ ਤੇ ਸਬ ਡਿਵੀਜ਼ਨ ਲੈਵਲ ਦੇ ਹੈ ਉਹ ਅਪਗ੍ਰੇਡ ਕੀਤੇ ਜਾਣਗੇ। ਉਸੇ ਤਰ੍ਹਾਂ ਹੀ ਸਪੀਕਰ ਸਾਹਿਬ, ਪੈਰਾਗ੍ਰਾਫ 60 ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼, ਜਿਹੜਾ ਕਿ ਜੇ ਕਿਸੇ ਖਾਨਦਾਨ ਦੇ ਵਿੱਚ ਕੈਂਸਰ ਦੀ ਬਿਮਾਰੀ ਆ ਜਾਏ ਤਾਂ ਉਸ ਖਾਨਦਾਨ ਨੂੰ 1.5 ਲੱਖ ਰੁਪਇਆ ਇਹ ਮੁੱਖ ਮੰਤਰੀ ਕੰਨਿਓ ਚਲਿਆ ਜਾਂਦਾ ਹੈ। ਔਰ ਇਸ ਸਾਲ 150 ਕਰੋੜ ਰੁਪਇਆ ਇਸ ਬਜਟ 'ਚ ਰੱਖਿਆ ਗਿਆ। ਸਪੀਕਰ ਸਾਹਿਬ, ਮੈਡੀਕਲ ਪੈਰਾ 61 ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਇਹਦੇ ਵਿੱਚ 1008 ਕਰੋੜ ਰੁਪਇਆ, ਕਿਉਂਕਿ ਕੋਵਿਡ ਦਾ ਅਜੇ ਸਫਰ ਜਿਹੜਾ ਹੈ ਉਹ ਖਤਮ ਨਹੀਂ ਹੋਇਆ ਔਰ ਇਹ ਪਿਛਲੇ ਸਾਲ ਨਾਲੋਂ 85% ਦਾ ਇਜ਼ਾਫਾ ਹੈ, ਆਲਮੋਸਟ ਡਬਲ ਕੀਤਾ। ਸਪੀਕਰ ਸਾਹਿਬ, ਜਿਹੜਾ ਮੈਡੀਕਲ ਐਜੂਕੇਸ਼ਨ ਔਰ ਇਹਦੇ 'ਚ ਮੋਟੀਆਂ 92 ਕਰੋੜ ਰੁਪਇਆ ਰਾਜਿੰਦਰਾ ਹਸਪਤਾਲ ਪਟਿਆਲਾ ਜਿਹੜਾ ਗਵਰਨਮੈਂਟ ਮੈਡੀਕਲ ਕਾਲਜ ਹੈ ਉਹਦੇ ਵਾਸਤੇ ਰੱਖਿਆ ਗਿਆ ਹੈ। ਮੁਹਾਲੀ ਦਾ ਜਿਹੜਾ ਮੈਡੀਕਲ ਕਾਲਜ ਹੈ ਸਪੀਕਰ ਸਾਹਿਬ, ਉਹਦੀ ਸਟਾਫ ਦੀ ਰਿਕਰੂਟਮੈਂਟ ਇਸ ਵੇਲੇ ਚੱਲ ਰਹੀ ਹੈ। ਇਸ ਤੋਂ ਇਲਾਵਾ 16 ਕਰੋੜ ਰੁਪਇਆ ਮੁਹਾਲੀ ਦਾ ਜਿਹੜਾ ਮੈਡੀਕਲ ਕਾਲਜ ਔਰ ਜਿਹੜੀ ਸਟੇਟ ਇੰਸਟੀਚਿਊਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੀ ਜਿਹੜੀ ਬਿਲਡਿੰਗ ਹੈ ਉਹਨੂੰ ਤਾਂ ਕਨਵਰਟ ਕਰ ਰਹੇ ਹੈ ਐਜ਼ ਐਨ ਐਡਮਿਨਿਸਟ੍ਰੇਟਿਵ ਬਲਾਕ। ਔਰ ਇਸ ਐਕੈਡੈਮਿਕ ਈਅਰ ਦੇ ਵਿੱਚ ਮੁਹਾਲੀ ਮੈਡੀਕਲ ਕਾਲਜ ਦੇ ਵਿੱਚ ਕਲਾਸਾਂ ਜਿਹੜੀਆਂ ਸ਼ੁਰੂ ਹੋ ਜਾਣਗੀਆਂ। ਔਰ ਸਪੀਕਰ ਸਾਹਿਬ, ਇਸ ਮੈਡੀਕਲ ਕਾਲਜ ਦਾ ਵੀ ਨਾਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਸਾਹਿਬ ਦੇ ਨਾਂ ਤੇ ਮਨਸੂਬ ਕੀਤਾ ਗਿਆ। ਸਪੀਕਰ ਸਾਹਿਬ, ਸਾਨੂੰ 2 ਨਵੇਂ ਮੈਡੀਕਲ ਕਾਲਜ ਬਣਾਉਣ ਦੀ ਇਜਾਜ਼ਤ ਗਵਰਨਮੈਂਟ ਆਫ ਇੰਡੀਆ ਤੋਂ ਮਿਲ ਚੁੱਕੀ ਹੈ। ਇਹ ਤਕਰੀਬਨ 650 ਕਰੋੜ ਰੁਪਏ 'ਚ ਬਣਨਗੇ। ਔਰ ਪਹਿਲਾ ਮੈਡੀਕਲ ਕਾਲਜ ਗੁਰੂ ਨਾਨਕ ਦੇਵ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਕਪੂਰਥਲਾ ਤੇ ਦੂਜਾ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਟ ਹੁਸ਼ਿਆਰਪੁਰ। ਸਪੀਕਰ ਸਾਹਿਬ, ਕਿਉਂਕਿ ਇਹ ਪਹਿਲਾ ਸਾਲ ਹੈ, ਮੈਂ ਇਸ ਸਾਲ 80 ਕਰੋੜ ਰੁਪਇਆ ਇਹਨਾਂ ਮੈਡੀਕਲ ਕਾਲਜ 'ਚ ਰੱਖਦਾ ਹੈ। ਅਗਲੇ ਸਾਲ ਦੇ ਬਜਟ 'ਚ ਇਹਦੇ 'ਚ ਇਜ਼ਾਫਾ ਹੋ ਜਾਏਗਾ। ਸੀਐਮ ਸਾਹਿਬ ਦਾ ਹੁਕਮ ਸੀ ਕਿ ਇੱਕ ਨਵਾਂ ਮੈਡੀਕਲ ਕਾਲਜ ਗੁਰਦਾਸਪੁਰ ਤੇ ਮਲੇਰਕੋਟਲਾ 'ਚ ਵੀ ਬਣਾਇਆ ਜਾਵੇ। ਸਪੀਕਰ ਸਾਹਿਬ, ਉਹਦੀ ਇਜਾਜ਼ਤ ਜਿਹੜੀ ਹੈ ਉਹ